मैं कैप्टन अमरिंदर सिंह ਨੂੰ ਇੱਕ ਸਵਾਲ ਹੁਣ ਤੁਹਾਡੇ ਰਾਹੀਂ ਕਰਨਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਨਾ ਤੁਸੀਂ ਸੂਬੇ ਨਾਲ ਪਿਆਰ ਦਿਖਾਉਂਦੇ ਸੀਗੇ, ਜਿੰਨਾ ਤੁਸੀਂ ਹੁਣ ਵੀ ਦਿਖਾਉਂਦੇ ਹੋ ਕਿ ਸੂਬੇ ਨੂੰ ਮੈਂ ਲਵਾਰਸ ਨਹੀਂ ਛੱਡ ਸਕਦਾ, ਤੇ ਸੂਬਾ ਤੇ ਲਵਾਰਸ ਹੈ। ਤੁਸੀਂ ਕਿਤੇ ਨਾ ਤੁਸੀਂ ਭਾਲਦੇ ਸੀਗੇ 8-9 ਮਹੀਨੇ ਚੰਨੀ ਸਾਹਿਬ ਵੀ ਗਾਇਬ ਰਹਿ ਗਏ, ਜਿਹੜੇ ਥਾਂ ਤੇ ਡੀਜੇ ਵਹਿੰਦੇ ਤੇ ਭੰਗੜਾ ਪਾਉਣ ਲੱਗ ਪੈਂਦੇ ਸੀਗੇ। ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਪੁੱਛਣਾ ਚਾਹੁੰਦਾ ਕਿਹੋ ਜਿਹੀ ਦੇਸ਼ ਭਗਤੀ ਹੈ ਯਾਰ। ਤੂੰ ਉਹ ਬੰਦਾ ਜਿੱਥੋਂ ਮੇਰਾ ਸਭ ਤੋਂ ਵੱਧ ਮਨ ਖੱਟਾ ਹੋਇਆ ਉਸ ਬੰਦੇ ਤੋਂ, ਮੇਰਾ ਨੇੜ ਵੀ ਬਹੁਤ ਰਿਹਾ ਉਹਦੇ ਨਾਲ, ਪਰ ਮੈਂ ਹਰ ਬੰਦੇ ਨਾਲ ਨੇੜ ਉਹਦੇ ਕੰਮਾਂ ਕਰਕੇ ਰੱਖਦਾ, ਆਪਣੇ ਨਿੱਜੀ ਲਾਲਚ ਨੂੰ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਤੇ 1.5 ਸਾਲ ਪਹਿਲਾਂ ਮੈਨੂੰ ਸੱਦ ਕੇ ਕਿਹਾ ਸੀ ਤੈਨੂੰ ਕੈਬਨਿਟ ਦਾ ਰੈਂਕ ਵੀ ਦਿੰਨਾ ਤੇ ਪਨਗਰੇਨ ਦਾ ਚੇਅਰਮੈਨ ਲਾਉਣਾ, ਤੇ ਮੈਂ ਠੁੱਡ ਮਾਰ ਕੇ ਆਇਆ ਸੀ ਕਿ ਮੈਂ ਨਹੀਂ ਹਿੱਲਣੀ ਜੀ, ਮੇਰੀ ਇਹ ਫਿਤਰਤ ਨਹੀਂ ਹੈਗੀ। ਮੈਨੂੰ ਇੱਕ ਗਿਲਾ ਹੈ ਉਸ ਬੰਦੇ ਦੇ ਉੱਤੇ। ਤੁਸੀਂ ਸਾਰਿਆਂ ਨੇ ਮਾਈਕ ਦੇ ਉੱਤੇ, ਤੁਹਾਡੇ ਸਾਰਿਆਂ ਦੇ ਮਾਈਕ ਤੇ ਕੈਪਟਨ ਅਮਰਿੰਦਰ ਸਿੰਘ ਬੋਲਿਆ ਸੀਗਾ ਕਿ ਮੇਰੇ ਕੋਲ ਕੱਲੇ ਮੰਤਰੀ ਦੀਆਂ ਫਾਈਲਾਂ ਨੇ ਜਿਹੜੇ ਇਹਨਾਂ ਦੇ ਕਾਲੇ ਕਾਰਨਾਮੇ ਨੇ, ਤੇ ਤੂੰ ਮੁੱਖ ਮੰਤਰੀ ਟੱਟੂ ਦਾ ਸੀਗਾ ਯਾਰ ਜੇ ਤੂੰ ਉਹਨਾਂ ਦੇ ਉੱਤੇ ਅੱਖਾਂ ਬੰਦ ਕਰ ਛੱਡੀਆਂ ਆਪਣੇ ਸੂਬੇ ਦੇ ਪ੍ਰਤੀ ਔਰ ਕਾਰਵਾਈ ਨਹੀਂ ਕੀਤੀ। ਸੋ ਇਹੋ ਜਿਹੇ ਲੋਕ ਜਿਹੜੇ ਉਹ ਕਹਿੰਦੇ ਨਾ ਹਾਥੀ ਦੇ ਦੰਦ ਖਾਣੇ ਕੌਰ ਨੇ, ਇਹਨਾਂ ਲੋਕਾਂ ਦੇ ਉੱਤੇ ਮੈਂ ਬਹੁਤਾ ਭਰੋਸਾ ਨਹੀਂ ਕਰਦਾ। ਦੇਖੋ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੱਜ ਜਿਹੜਾ ਮੈਨੂੰ ਇੱਥੇ ਬੁਲਾਇਆ ਗਿਆ, ਔਰ ਇਸ ਤੋਂ ਵੱਡਾ ਮੈਨੂੰ ਪੂਰੇ ਪੰਜਾਬ 'ਚ ਘੁੰਮ ਕੇ ਜਿੰਨਾ ਫਖਰ ਤੇ ਜਿੰਨਾ ਮੈਨੂੰ ਆਪਣੇ ਉੱਤੇ ਮਾਣ ਮਹਿਸੂਸ ਹੋ ਰਿਹਾ, ਮੈਂ ਸ਼ਬਦਾਂ 'ਚ ਉਹਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਤਾਂ ਐਂ ਲੱਗਦਾ ਸੀਗਾ ਕਿ ਰਈ ਵਾਲੇ ਮੈਨੂੰ ਘਰ ਦੀ ਮੁਰਗੀ ਦਾਲ ਬਰਾਬਰ ਹੀ ਸਮਝਦੇ ਨੇ, ਤੇ ਹੈ ਵੀ ਇੱਦਾਂ ਹੀ ਆ। ਦੂਜੀ ਚੀਜ਼ ਜਿਹੜਾ ਮਸਲਾ ਜਾਣਨ ਹੈ, ਕਿਤੇ ਵੀ ਕੋਈ ਮਸਲਾ ਹੋਵੇ ਮੈਂ ਕਦੀ ਉਸ ਤੋਂ ਭੱਜਿਆ ਨਹੀਂ, ਔਰ ਲੋਕਾਂ ਦੀ ਆਵਾਜ਼ ਬਣਨ ਦੇ ਵਿੱਚ ਮੈਨੂੰ ਕੋਈ ਗਰੇਜ ਨਹੀਂ। ਇੱਥੋਂ ਇੱਕ ਪੁਲ ਬਣ ਰਿਹਾ, ਇਹ ਲੋਕ ਕੋਈ ਡਿਵੈਲਪਮੈਂਟ ਦੇ ਵਿੱਚ ਕੋਈ ਰੌਲਾ ਨਹੀਂ ਹੈ ਕਿ ਅਸੀਂ ਤੁਹਾਡੇ ਵਿੱਚ ਅੜਚਣ ਪਾ ਰਹੇ ਹਾਂ, ਪੁਲ ਬਣਨੇ ਨਹੀਂ ਚਾਹੀਦੇ। ਇਹ ਤਾਂ ਕਹਿੰਦੇ ਬਣਨਾ ਚਾਹੀਦਾ ਪਰ ਥੋੜਾ ਹੋਰ ਵਧਾ ਦਿਓ। ਇਹ ਤੇ ਅੱਗੋਂ ਉਹਦੀ ਡਿਵੈਲਪਮੈਂਟ ਦੀ ਮੰਗ ਕਰ ਰਹੇ ਆ ਨਾ। ਇੱਕ ਲੋਕਾਂ ਦੇ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ, ਕੱਲ ਮੈਨੂੰ ਕੋਈ ਫੇਸਬੁੱਕ ਤੇ ਮਤਲਬ ਇੱਕ ਵੱਖਰੀ ਦੁਨੀਆ ਚੱਲਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਉਹ ਪੁਲ ਦੀ ਤਰੱਕੀ 'ਚ ਰੋੜਾ ਨਾ ਪਾ ਦਿਓ ਫਲਾਣਾ। ਤੁਸੀਂ ਦੇਖੋ ਤੇ ਸਹੀ ਯਾਰ ਇਹਨਾਂ ਦੀ ਸਮੱਸਿਆ ਕੀ ਹੈ, ਇਹ ਕਹਿਣਾ ਕੀ ਚਾਹੁੰਦੇ ਨੇ, ਇਹਨਾਂ ਦੀਆਂ ਮੁਸ਼ਕਲਾਂ ਕੀ ਹੈ। ਇਹ ਤੇ ਕਹਿੰਦੇ ਪੁਲ ਬਣੇ ਪਰ ਇਹਨੂੰ ਥੋੜਾ ਹੋਰ ਲੰਬਾ ਕਰੋ। ਉਹਦਾ ਕਾਰਨ ਕੀ ਹੈ ਕਿ ਰਈਏ ਦੇ ਵਿੱਚ 25,000 ਦੇ ਕਰੀਬ ਜਿਹੜੇ ਲੋਕ ਵਸਨੀਕ ਰਹਿੰਦੇ ਨੇ, ਔਰ ਇਹਦੇ ਆਲੇ ਦੁਆਲੇ 100 ਸਵਾ 100 150 ਪਿੰਡ ਜੁੜਿਆ। ਤੁਸੀਂ ਇੱਕ MLA ਦੇ ਹਲਕੇ ਜੀ ਮੇਰਾ ਖਿਆਲ ਇਹਦੇ ਨਾਲ ਪਰੇ ਤੁਹਾਡੇ ਬਾਬਾ ਬਕਾਲਾ ਲੱਗਦਾ, ਉਧਰੋਂ ਤੁਹਾਡੇ ਮਹਿਤਾ ਲੱਗਦਾ, ਇੱਧਰ ਗੋਂਦਵਾਲ ਸਾਹਿਬ ਲੱਗਦਾ, ਕਈ ਸੈਂਕੜੇ ਪਿੰਡ ਜਿਹੜੇ ਇਹਦੇ ਨਾਲ ਜੁੜੇ ਨੇ। ਉਹਦੇ ਨਾਲ ਪੁਲ ਨਾਲ ਹੁਣ ਦਿੱਕਤ ਕੀ ਆ ਰਹੀ ਹੈ ਉਹ ਮੈਂ ਉਹਨਾਂ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਜਿਨ੍ਹਾਂ ਦੇ ਦਿਮਾਗ 'ਚ ਕੋਈ ਭੁਲੇਖਾ ਹੈ ਕਿ ਸ਼ਾਇਦ ਇਹ ਲੋਕ ਡਿਵੈਲਪਮੈਂਟ ਦੇ ਵਿੱਚ ਅੜਚਨ ਪਾ ਰਹੇ ਨੇ। ਇੱਥੋਂ ਪੁਲ ਬਣ ਰਿਹਾ, ਉਹਨੂੰ ਬਾਜ਼ਾਰ ਦੇ ਵਿੱਚ ਲਾ ਦਿੱਤਾ ਗਿਆ ਮੰਦਰ ਨਹਿਰ ਤੋਂ ਪਹਿਲਾਂ। ਇਹਨਾਂ ਦੀ ਡਿਮਾਂਡ ਹੈ ਕਿ ਇਸ ਪੁਲ ਨੂੰ ਨਹਿਰ ਤੋਂ ਅੱਗੇ ਲਾਇਆ ਜਾਵੇ। ਇਹਦੇ ਵਿੱਚੋਂ ਇੱਕ ਕੱਟ ਦੇਣਾ ਬੜਾ ਜ਼ਿਆਦਾ ਜ਼ਰੂਰੀ ਹੈ। ਨਹਿਰ ਦੇ ਲਾਗੇ ਤੁਸੀਂ ਜਦੋਂ ਜਾਓ, ਇੱਕ ਰਸਤਾ ਜਿਹੜਾ ਉਹ ਮਹਿਤੇ ਤੇ ਬਾਬਾ ਬਕਾਲਾ ਸਾਹਿਬ ਨੂੰ ਜਾਂਦਾ, ਦੂਜੇ ਪਾਸੇ ਰਸਤਾ ਜਿਹੜਾ ਉਹ ਗੋਂਦਵਾਲ ਸਾਹਿਬ ਖਡੂਰ ਸਾਹਿਬ ਨੂੰ ਜਾਂਦਾ, ਜਿੱਥੋਂ ਰਈਆ ਦਾਣਾ ਮੰਡੀ ਬਹੁਤ ਜ਼ਿਆਦਾ ਵੱਡੀ ਮੰਡੀ ਹੈ, ਔਰ ਉਹਦੇ ਵਿੱਚ ਦੂਰੋਂ ਲੋਕ ਫਸਲਾਂ ਲੈ ਕੇ ਆਉਂਦੇ ਨੇ ਆਪਣੀਆਂ। ਸਭ ਤੋਂ ਵੱਡੀ ਜਿਹੜੀ ਉਹ ਮੰਡੀ ਕਿਸੇ ਵੇਲੇ ਏਸ਼ੀਆ ਦੀ ਇਹ ਤੇ ਖੰਨਾ ਗਿਣੀ ਜਾਂਦੀ ਸੀਗੀ, ਇਹਦੇ ਵਿੱਚ ਲੋਕ ਆਪਣੀਆਂ ਫਸਲਾਂ ਲੈ ਕੇ ਆਉਂਦੇ ਨੇ। ਇਸ ਪੁਲ ਉਤਰਨ ਦੇ ਨਾਲ ਉਹਨਾਂ ਦੋਵਾਂ ਦੀ ਜਿਹੜੀ ਕ੍ਰਾਸਿੰਗ ਬੰਦ ਹੋ ਜਾਣੀ ਹੈ, ਔਰ ਜਿੰਨੇ ਵੀ ਆਪਣੀ ਫਸਲ ਮੰਨ ਲਓ ਇੱਧਰੋਂ ਲੈ ਕੇ ਆਉਣਾ, ਇਸ ਤੋਂ ਅੱਗੇ ਫਤੂਵਾਲ ਪਿੰਡ ਹੈ ਕਿ ਇੱਥੋਂ 4 ਕਿਲੋਮੀਟਰ ਪਊਗਾ, ਉੱਥੋਂ 4 ਕਿਲੋਮੀਟਰੋਂ ਲੋਕ ਪਰੇ ਨੂੰ ਜਾਣਗੇ, 4 ਫਿਰ ਵਾਪਸ ਆਉਣਗੇ ਤੇ ਫਿਰ ਅੱਗੇ ਮੰਡੀ ਦੇ ਵਿੱਚ ਜਾਣਗੇ। 8 ਕਿਲੋਮੀਟਰ ਦਾ ਫਾਸਲਾ ਉਹਨਾਂ ਨੂੰ ਤੈਅ ਕਰਨਾ ਪੈਣਾ। ਬੱਚੇ ਸਕੂਲਾਂ 'ਚ ਜਾਂਦੇ ਨੇ, ਉਹਨਾਂ ਨੂੰ ਕਿੰਨੀ ਦਿੱਕਤ ਹੈ। ਚੌਂਕੀ ਇੱਕ ਪਾਸੇ ਆ, 18 ਇੱਥੇ ਬੈਂਕ ਨੇ, ਕੋਈ ਵਾਰਦਾਤ ਹੋ ਜਾਵੇ ਤੇ ਉਹਨਾਂ ਦਾ ਪਹੁੰਚਣਾ ਹੀ ਮੁਸ਼ਕਿਲ ਹੈ, ਜਾਂ ਤੇ ਰੌਂਗ ਸਾਈਡ ਜਾਣਗੇ। ਧੀਆਂ ਭੈਣਾਂ ਦੀ ਸੁਰੱਖਿਆ ਦਾ ਸਵਾਲ ਹੈ, ਬੱਚਿਆਂ ਨੇ ਬੱਸ ਦੇ ਵਿੱਚ ਚੜ੍ਹਨਾ, ਆਪਣੇ ਪੜ੍ਹਨ ਜਾਣਾ, ਕਾਰੋਬਾਰ ਲਈ ਜਾਣਾ, ਉਹ ਸਾਰੀਆਂ ਦਿੱਕਤਾਂ ਜਿਹੜੀਆਂ ਇਹਨਾਂ ਨੂੰ ਆ ਰਹੀਆਂ ਸੀਗੇ ਉਹ ਕੱਟ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਥੋਂ ਪੁਲ ਜਿਹੜਾ ਖਤਮ ਕੀਤਾ ਜਾ ਰਿਹਾ, ਜਿੱਥੇ ਪੁਲ ਐਂਡ ਹੁੰਦਾ ਤਕਰੀਬਨ ਉਹ ਮਿੱਟੀ ਦੇ ਨਾਲ ਖਤਮ ਕੀਤਾ ਜਾਂਦਾ। ਇਹ ਚਾਹੁੰਦੇ ਨੇ ਕਿ ਉਹਨੂੰ ਨਹਿਰ ਤੋਂ ਅੱਗੇ ਜਿਹੜਾ ਉਹ ਮਿੱਟੀ ਦੇ ਨਾਲ, ਜਿੱਥੇ ਅੱਗੇ ਕੋਈ ਦੁਕਾਨਾਂ ਨਹੀਂ ਹੈ, ਕੁਛ ਨਹੀਂ ਹੈ, ਖਾਲੀ ਜਗ੍ਹਾ, ਉੱਥੇ ਮਿੱਟੀ ਨਾਲ ਲਾ ਦਿੱਤਾ ਜਾਵੇ। ਇੱਥੇ ਪਿੱਲਰਾਂ ਵਾਲਾ ਜਿਵੇਂ ਪਿੱਛੋਂ ਪੁਲ ਚੱਲਿਆ ਆ ਰਿਹਾ ਉਸ ਤਰੀਕੇ ਉਹ ਪੁਲ ਬਣਾਇਆ ਜਾਵੇ। ਔਰ ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਡਾ ਕੰਮ ਹੈ ਲੋਕਾਂ ਨੂੰ ਰੁਜ਼ਗਾਰ ਦੇਣਾ ਯਾਰ, ਤੁਹਾਡਾ ਕੰਮ ਹੈ ਲੋਕਾਂ ਦੇ ਹੱਕ ਸੱਚ ਦੀ ਰਾਖੀ ਕਰਨਾ, ਲੋਕਾਂ ਦੀ ਸੁਰੱਖਿਆ ਦੀ ਜਿਹੜੀ ਰਾਖੀ ਕਰਨਾ। ਇਹਨਾਂ ਲੋਕਾਂ ਦੇ ਕਾਰੋਬਾਰ ਨੂੰ ਵੀ ਫਰਕ ਪੈਣਾ। ਪਿਛਲੇ ਪਾਸੇ ਤੇ ਪਾਰਕਿੰਗ ਮਿਲਣੀ ਲੋਕਾਂ ਨੂੰ ਬਹੁਤ ਜ਼ਿਆਦਾ, ਇੱਥੇ ਲੋਕਾਂ ਨੂੰ ਪਾਰਕਿੰਗ ਵੀ ਨਹੀਂ ਬਚਣੀ। ਇਹ ਲੋਕ ਫਿਰ ਕੀ ਕਰਨਗੇ? ਤਾਈਓ ਤੇ ਪੰਜਾਬ ਦੇ ਬੱਚਿਆਂ ਦਾ ਜਦੋਂ ਰੁਜ਼ਗਾਰ ਖੋਇਆ ਜਾਂਦਾ ਉਹਦੇ ਮਾਂ-ਬਾਪ ਦਾ, ਤੇ ਉਹ ਬਾਹਰ ਵਾਲੇ ਪਾਸੇ ਰੁਖ ਕਰ ਲੈਂਦੇ ਨੇ। ਦੋ ਹੀ ਤਰੀਕੇ ਸਾਡੇ ਕੋਲ ਬਚਦੇ ਨੇ ਆਪਣੀ ਰੋਜੀ ਰੋਟੀ ਚਲਾਉਣ ਲਈ, ਜਾਂ ਤੇ ਉਹ ਬਾਹਰ ਚਲੇ ਜਾਂਦੇ ਨੇ, ਤੇ ਜਿਹੜੇ ਬੱਚੇ ਬਾਹਰ ਨਹੀਂ ਜਾਂਦੇ, ਖੁਆਇਸ਼ਾਂ ਕਈ ਬੜੀਆਂ ਵੱਡੀਆਂ ਨੇ, ਤੇ ਫਿਰ ਉਹ ਕ੍ਰਾਈਮ ਵਾਲੇ ਪਾਸੇ ਤੇ 2 ਨੰਬਰ ਵਾਲੇ ਪਾਸੇ ਤੁਰ ਪੈਂਦੇ ਨੇ। ਤੁਸੀਂ ਸਾਡੇ ਸਮਾਜ ਦਾ ਇਸ ਤਰੀਕੇ ਬੇੜਾ ਗਰਕ ਨਾ ਕਰੋ। ਔਰ ਇਸ ਸਬੰਧ ਦੇ ਵਿੱਚ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ ਸਰ ਇਕਬਾਲ ਸਿੰਘ ਲਾਲਪੁਰਾ, ਉਹ ਇੱਥੇ ਅਫਸਰ ਵੀ ਰਹੇ ਨੇ ਰਈਏ ਦੇ, ਮੇਰੇ ਖਿਆਲ ਬਿਆਸ ਵੀ ਉਹ ਕਿਸੇ ਟਾਈਮ ਪੁਰਾਣੇ SHO ਰਹੇ ਹੋ, SSP ਰਿਟਾਇਰ ਹੋਏ ਨੇ। ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਸ ਦਿਨ ਵੀ, ਅੱਜ ਮੈਂ ਇਹ ਕਮੇਟੀ ਦੇ ਸਾਹਮਣੇ ਸਪੀਕਰ ਫੋਨ ਤੇ ਉਹਨਾਂ ਨਾਲ ਗੱਲ ਕੀਤੀ ਹੈ ਕਿ ਇਹ ਤੁਹਾਡੇ ਇਲਾਕੇ ਦਾ ਮਸਲਾ ਹੈ, ਤੁਹਾਡੇ ਪੰਜਾਬ ਦਾ ਮਸਲਾ ਹੈ। ਦਿੱਲੀ ਬੈਠਿਆਂ ਤੁਸੀਂ ਦੇਖੋ ਮੋਦੀ ਸਾਹਿਬ ਨੇ ਕੱਲ ਵੀਰ ਬਾਲ ਦਿਵਸ ਮਨਾਇਆ, ਲੋਕੀ ਉੱਤੇ ਜੋ ਮਰਜ਼ੀ ਕਿੰਤੂ ਪ੍ਰੰਤੀ ਕਰੀ ਜਾਣ, ਉਹ ਉਹਨਾਂ ਦੇ ਆਪਸੀ ਮਤਭੇਦ ਹੋ ਸਕਦੇ ਨੇ, ਵਧੀਆ।
ਤੁਸੀਂ ਲਾਲ ਕਿਲੇ ਦੇ ਉੱਤੇ ਕੀਰਤਨ ਦਰਬਾਰ ਕਰਦੇ ਹੋ, ਵਧੀਆ। ਸਾਨੂੰ ਧਰਮ 'ਚ ਨਾ ਉਲਝਾ ਕੇ ਖੁਸ਼ ਕਰੋ ਯਾਰ। ਸਾਡੇ ਕੰਮਕਾਰ ਦੇ ਬਾਰੇ ਵੀ ਸੋਚੋ, ਸਾਡੇ ਬੱਚਿਆਂ ਦੇ ਰੁਜ਼ਗਾਰ ਬਾਰੇ ਵੀ ਸੋਚੋ। ਪਰ ਇਸ ਦੇਸ਼ ਦੀ ਤਰਾਸਦੀ ਹੈ, ਸਾਡੇ ਸੂਬੇ ਦੀ ਵੀ ਖਾਸ ਕਰਕੇ ਤਰਾਸਦੀ ਇਹ ਬਣ ਗਈ ਕਿ ਅਸੀਂ ਲੜਾਈਆਂ ਕੰਮਕਾਰ ਦੀਆਂ ਨਹੀਂ ਰੱਖੀਆਂ। ਸਾਡੀਆਂ ਲੜਾਈਆਂ ਕੀ ਬਣ ਗਈਆਂ? ਹਿੰਦੂ ਸਿੱਖ ਨਾਲ ਲੜ ਰਿਹਾ, ਕੋਈ ਕ੍ਰਿਸਚਨਾਂ ਨੂੰ ਰੋਕ ਰਿਹਾ। ਇਹ ਸਾਡੇ ਮਸਲੇ ਨਹੀਂ ਹੈਗੇ ਸੀਗੇ। ਲੇਕਿਨ ਮਨਦੀਪ ਜੀ, ਜਸਬੀਰ ਸਿੰਘ ਡਿੰਪਾ ਦਾ ਘਰ ਬਿਲਕੁਲ ਇੱਥੇ ਨੇਅਰ ਬਾਏ ਹੈ, ਕਿ ਲੱਗਦਾ ਨਹੀਂ ਕਿ ਉਹਨਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਇਹਨਾਂ ਲੱਗਿਆ ਕਿ ਬੈਠਦੇ, ਕਿਉਂਕਿ ਉਹ ਆਪੋਜੀਸ਼ਨ 'ਚ ਆਪੋਜੀਸ਼ਨ ਦੀ ਆਵਾਜ਼ ਵੀ ਚੁੱਕੀ ਜਾ ਸਕਦੀ ਹੈ। ਇਹ ਇਹਨਾਂ ਦਾ ਸਾਂਝਾ ਮਸਲਾ, ਔਰ ਮੈਂ ਕਿਸੇ ਨੂੰ ਵੀ ਇਹਨਾਂ ਦੇ ਨਾਲ ਜਿਹੜਾ ਵਿਰੋਧ 'ਚ ਨਹੀਂ ਜਾਣ ਦੇਣਾ ਚਾਹੁੰਦਾ। ਉਹ ਸਿਆਸੀ ਮਤਭੇਦ ਕਿਸੇ ਨਾਲ ਵੀ ਹੋ ਸਕਦੇ ਨੇ, ਮੇਰੇ ਇਹਨਾਂ ਲੋਕਾਂ ਦੇ ਨਹੀਂ। ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਦਾ, ਉਹਨਾਂ ਦੀ ਵੀ ਪਰਸੋਂ ਇੱਕ ਫੋਟੋ ਲੱਗੀ ਸੀ ਕਿ ਉਹ ਗਡਕਰੀ ਨੂੰ ਮਿਲੇ ਨੇ। ਮੈਂ ਲਾਲਪੁਰਾ ਸਾਹਿਬ ਨੂੰ ਵੀ ਆਖਿਆ, ਵੈਸੇ ਜੋ ਮਰਜ਼ੀ ਕਹੀ ਜਾਵਾਂ, ਵਿਚਾਰਕ ਮਤਭੇਦ ਹੋ ਸਕਦੇ ਨੇ, ਸੂਬੇ ਲਈ ਮਤਭੇਦ ਹੋ ਸਕਦੇ ਨੇ। ਮੈਂ ਹਰਸਿਮਰਤ ਹੋਣਾ ਨੂੰ 3 ਵਾਰੀ ਫੋਨ ਕੀਤਾ ਦਿੱਲੀ, ਉਹਨਾਂ ਦੇ ਪੀਏ ਨੇ ਮੈਨੂੰ ਨੰਬਰ ਦਿੱਤਾ, ਔਰ ਮੈਨੂੰ 2 ਵਾਰੀ ਕਿਹਾ ਗਿਆ ਕਿ ਉਹ ਪਾਠ ਦੇ ਵਿੱਚ ਬਿਜ਼ੀ ਨੇ, ਉਹ ਪਾਠ ਕਰ ਰਹੇ ਨੇ, ਅਰਦਾਸ ਕਰਨੀ ਆ। ਮੈਂ ਉਹਨਾਂ ਨੂੰ ਵੀ ਇਹੋ ਰਿਕੁਐਸਟ ਕਰਨੀ ਸੀ ਕਿ ਪੰਜਾਬ ਦੇ ਮੁੱਦੇ ਅਸਲ 'ਚ ਇਹ ਨੇ, ਲੋਕਾਂ ਦਾ ਕਾਰੋਬਾਰ ਬਚਾਉਣ ਲਈ, ਪੰਜਾਬ ਦੀ ਡਿਵੈਲਪਮੈਂਟ ਲਈ, ਲੋਕਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਇਹ ਮਸਲੇ ਹੱਲ ਹੋਣੇ ਚਾਹੀਦੇ ਨੇ। ਉਹਨਾਂ ਨਾਲ ਮੇਰੀ ਗੱਲ ਨਹੀਂ ਹੋਈ, ਮੈਂ ਫੇਰ ਟਰਾਈ ਕਰ ਲੂੰਗਾ। ਮੈਂ ਕਿਸੇ ਅੱਗੇ ਵੀ ਕੋਈ ਨੀਵਾ ਨਹੀਂ ਪੈ ਜਾਣਾ ਲੋਕਾਂ ਦੇ ਮਸਲੇ ਲਈ। ਮੈਂ ਡਿੰਪਾ ਜੀ ਨੂੰ ਵੀ ਬੇਨਤੀ ਕਰੂੰਗਾ, ਮੈਂ ਗੁਰਜੀਤ ਔਜਲਾ ਨੂੰ ਵੀ ਉਦੋਂ ਕਿਹਾ ਸੀਗਾ ਕਿ ਦਿੱਲੀ 'ਚ ਸੈਸ਼ਨ ਚੱਲ ਰਿਹਾ, ਤੁਸੀਂ ਉੱਥੇ ਕਮ ਸੇ ਕਮ ਆਵਾਜ਼ ਚੁੱਕੋ। ਇਹ ਲੋਕਾਂ ਦਾ ਜੈਨੂਅਨ ਮਸਲਾ ਹੈ, ਹੱਲ ਹੋਣਾ ਚਾਹੀਦਾ। ਮੈਂ ਪ੍ਰਤਾਪ ਬਾਜਵਾ ਹੋਣਾ ਨੂੰ ਵੀ ਕਾਲ ਕੀਤੀ ਹੈ। ਇਸ ਤੋਂ ਅਲੱਗਾ ਬਿਕਰਮ ਚੀਮਾ ਜਿਹੜੇ ਆਪਣੇ ਇੰਚਾਰਜ ਲਾਗੇ ਭਾਜਪਾ ਦੇ, ਮੈਂ ਉਹਨਾਂ ਨਾਲ ਵੀ ਸਵੇਰੇ ਗੱਲ ਕਰਕੇ ਹਟਿਆ ਸੀ। ਉਹਨਾਂ ਸੋਮ ਪ੍ਰਕਾਸ਼ ਹੋਣਾ ਨਾਲ ਗੱਲ ਕੀਤੀ ਆ, ਉਹਨਾਂ ਨੇ ਵੀ ਮੈਨੂੰ ਇਹੋ ਸ਼ੋਰ ਕੀਤਾ ਕਿ ਵਾਕਿਆ ਹੀ ਲੋਕਾਂ ਦੀ ਡਿਮਾਂਡ ਠੀਕ ਹੈ, ਔਰ ਇਹ ਲੋਕਾਂ ਦੀ ਡਿਮਾਂਡ ਦੇ ਅਨੁਸਾਰ ਹੀ, ਉਹਦੇ ਅਕੋਰਡਿੰਗ ਹੀ ਕੰਮ ਹੋਊਗਾ। ਔਰ ਲਾਲਪੁਰਾ ਸਾਹਿਬ ਨੇ ਸਪੀਕਰ ਦੇ ਉੱਤੇ ਇਹਨਾਂ ਸੰਗਤ ਦੇ ਵਿੱਚ ਉਹ ਜ਼ਿੰਮੇਵਾਰੀ ਚੁੱਕੀ ਹੈ ਕਿ ਮੈਂ ਦਿੱਲੀ ਬੈਠਾ, ਇਸ ਤੋਂ ਬਾਅਦ ਇਹ ਲੋਕਾਂ ਦਾ ਕੰਮ ਨਹੀਂ, ਉਹ ਮੇਰਾ ਕੰਮ, ਇਹਨੂੰ ਮੈਂ ਕਿਸ ਤਰ੍ਹਾਂ ਹੱਲ ਕਰਾਉਣਾ। ਤੇ ਜਦੋਂ ਏਡੇ ਵੱਡੇ ਰੁਤਬੇ ਦੇ ਉੱਤੇ ਬੰਦਾ ਉਹ ਬੈਠਾ ਹੋਵੇ ਤੇ ਉਹਦੇ ਉੱਤੇ ਸਾਡਾ ਸੁਭਾਵਕ ਹੈ ਯਕੀਨ ਕਰਨਾ ਵੀ ਬਣਦਾ। ਮੈਨੂੰ ਕਿਸੇ ਦਾ ਵੀ ਕੁੰਡਾ ਖੜਕਾਉਣ ਦੇ ਵਿੱਚ ਕੋਈ ਗਰੇਜ ਨਹੀਂ। ਮੈਂ ਡਿੰਪਾ ਜੀ ਨੂੰ ਵੀ ਕਹੂੰਗਾ ਕਿ ਇੱਥੇ ਆਉਣ। ਸੰਸਦ ਦੇ ਨਾਲ ਨਾਲ ਮੈਂ ਹੋਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ, ਚਾਹੇ ਉਹ ਧਾਰਮਿਕ ਨੇ, ਚਾਹੇ ਉਹ ਸਿਆਸੀ ਨੇ, ਚਾਹੇ ਉਹ NGO ਨੇ, ਮੈਂ ਉਹਨਾਂ ਨੂੰ ਵੀ ਇੱਕ ਰਿਕੁਐਸਟ ਕਰਦਾ ਤੁਹਾਡੇ ਮੰਚ ਦੇ ਰਾਹੀਂ ਕਿ ਇੱਕ ਦਿਨ ਯਾਰ ਜ਼ਰੂਰ ਇੱਥੇ ਫੇਰਾ ਪਾਓ। ਜ਼ਰੂਰੀ ਨਹੀਂ ਕਿ ਸੰਗਤ ਲੈ ਕੇ ਆਓ, ਕੱਲਾ ਬੰਦਾ ਹੀ ਤੁਸੀਂ ਬੜੇ ਹੋ ਕਿਸੇ ਸੰਸਥਾ ਦੇ, ਜੇ ਤੁਸੀਂ ਮੁਖੀ ਹੋ। ਇਸ ਧਰਨੇ ਦਾ ਜਿੱਡਾ ਵੱਡਾ ਮਸਲਾ ਉੱਠਣਾ ਚਾਹੀਦਾ ਸੀਗਾ, ਲੋਕਾਂ ਦੇ ਨਾਲ, ਕਾਰੋਬਾਰ ਨਾਲ ਜੁੜਿਆ ਹੈ, ਲੋਕਾਂ ਦੀ ਸੁਰੱਖਿਆ ਦੇ ਨਾਲ ਇਹ ਮਸਲਾ ਜੁੜਿਆ। ਮੈਨੂੰ ਦੁੱਖ ਲੱਗਾ ਕਿ ਉਸ ਤਰੀਕੇ ਮਸਲਾ ਜਿਹੜਾ ਉਭਾਰਿਆ ਨਹੀਂ ਜਾ ਰਿਹਾ, ਇਹ ਮਸਲਾ ਉੱਥੋਂ ਤੱਕ ਪਹੁੰਚਾਇਆ ਨਹੀਂ ਜਾ ਰਿਹਾ। ਆਲੇ ਦੁਆਲੇ ਵੀ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਕਿ ਡਿਵੈਲਪਮੈਂਟ ਦੇ ਵਿੱਚ ਰੋੜਾ ਪਾਉਣਾ ਚਾਹੁੰਦੇ ਨੇ, ਬਣਨਾ ਚਾਹੁੰਦੇ ਨੇ। ਇਹੋ ਜਿਹਾ ਕੋਈ ਮਸਲਾ ਨਹੀਂ ਹੈਗਾ। ਇਹ ਡਿਵੈਲਪਮੈਂਟ ਵੱਧ ਚਾਹੁੰਦੇ ਨੇ, ਜੇ ਤੁਸੀਂ ਇੱਕ ਅੱਖ ਨਾਲ ਵੇਖੋ ਤੇ ਇਹ ਡਿਵੈਲਪਮੈਂਟ ਹੋਰ ਜ਼ਿਆਦਾ ਜਿਹੜੀ ਉਹ ਚਾਹੁੰਦੇ ਨੇ। ਸੋ ਇਹਨਾਂ ਦਾ ਮਸਲਾ ਜਿੱਥੇ ਕਿਤੇ ਵੀ ਮੇਰੀ ਡਿਊਟੀ ਲਾਉਣਗੇ, ਚਾਹੇ ਉਹ ਲੜ ਕੇ ਹੱਲ ਕਰਾਉਣਾ ਪਵੇ, ਚਾਹੇ ਕਿਸੇ ਨੂੰ ਬੇਨਤੀ ਕਰਕੇ ਹੱਲ ਕਰਾਉਣਾ ਪਵੇ, ਕੋਸ਼ਿਸ਼ ਹੈ ਕਿ ਇਹਨਾਂ ਦਾ ਮਸਲਾ ਜਿਹੜਾ ਉਹ ਜ਼ਰੂਰ ਹੱਲ ਹੋਊਗਾ। ਮਨਦੀਪ ਜੀ, ਕਿੰਨੇ ਕੁ ਪਰਿਵਾਰ ਇਫੈਕਟ ਹੋ ਰਹੇ ਨੇ ਇਸ, ਜੇਕਰ ਖੋਲਿਆ ਬੰਦਾ, ਕਿੰਨੇ ਕੁ ਪਰਿਵਾਰ ਇਫੈਕਟ ਹੋ ਰਹੇ ਨੇ? 25,000 ਦੀ ਆਬਾਦੀ ਹੈ ਜੀ। ਕਿਸੇ ਨਾ ਕਿਤੇ ਦਿਨ ਦੇ ਵਿੱਚੋਂ ਤੇ ਘਰੋਂ ਬੰਦਾ ਬਾਹਰ ਨਿਕਲਦਾ ਹੀ ਆ। ਹਰ ਬੰਦੇ ਕੋਲ ਆਪਣਾ ਵਹੀਕਲ ਹੈ, ਚਾਹੇ ਉਹਦੇ ਕੋਲ ਐਕਟਿਵਾ, ਚਾਹੇ ਉਹਦੇ ਕੋਲ ਮੋਟਰਸਾਈਕਲ ਹੈ, ਚਾਹੇ ਉਹਦੇ ਕੋਲ ਕਾਰ ਹੈ। ਤੁਸੀਂ ਪਹਿਲਾਂ ਤੇ ਦੇਖੋ ਕਿ ਉਹਦਾ ਤੇਲ ਦਾ ਕਿੰਨਾ ਖਰਚਾ ਹੋਣਾ। ਦੂਜੀ ਚੀਜ਼ ਦੇਖੋ ਕਿ ਉਹਨੂੰ ਸੁੰਨਸਾਨ ਇਲਾਕੇ ਦੇ ਵਿੱਚ 2 ਵੀਲਰ ਤੇ ਜਾਣਾ ਪੈਣਾ। ਜੇ ਇੱਥੋਂ ਮਤਲਬ ਉਹ ਕ੍ਰਾਸਿੰਗ ਕਰੂਗਾ ਜਾਂ ਤੇ ਰੌਂਗ ਸਾਈਡ ਹੋਊਗਾ ਤੇ ਉਹ ਖਤਰਾ ਹੀ ਖਤਰਾ ਕਿ ਕੱਲ ਨੂੰ ਕੋਈ ਵੀ ਗੱਡੀ ਆ ਕੇ ਉਹਨੂੰ ਮਤਲਬ ਫੇਟ ਮਾਰ ਸਕਦੀ ਹੈ। ਕੱਲਾ ਪੈਸੇ ਦਾ ਮਸਲਾ ਨਹੀਂ, ਲੋਕਾਂ ਦੀ ਸੁਰੱਖਿਆ ਦਾ ਵੀ ਮਸਲਾ। ਇਹਦੇ ਨਾਲ ਜਿਹੜੇ ਹੋਰ ਲੋਕ ਜਿਨ੍ਹਾਂ ਨੂੰ ਅਜੇ ਨਜ਼ਰ ਨਹੀਂ ਆ ਰਿਹਾ, ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਨੇ, ਜਦੋਂ ਉਹਨਾਂ ਫਸਲਾਂ ਲੈ ਕੇ ਇੱਥੇ ਆਉਣਾ, ਉਹਨਾਂ ਨੂੰ 4-4 ਕਿਲੋਮੀਟਰ ਕੱਟ ਜਿਹੜੇ ਉਹ ਲੈਣੇ ਪੈਣੇ ਨੇ। ਕਿੰਨਾ ਤੇਲ ਵੀ ਉਹਨਾਂ ਦਾ ਵੇਸਟ ਹੋਣਾ ਔਰ ਕਿੰਨਾ ਟਾਈਮ ਵੀ ਉਹਨਾਂ ਦਾ ਜਾਇਆ ਹੋਣਾ। ਸੋ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਇਹਨਾਂ ਦਾ ਜਿਹੜਾ ਉਹ ਸਾਥ ਦਿੱਤਾ ਜਾਵੇ ਔਰ ਬਿਲਕੁਲ ਸਹੀ ਇਹਨਾਂ ਦੀ ਜਿਹੜੀ ਉਹ ਮੁਸ਼ਕਲਾਤ ਨੇ ਉਹਦੇ ਵਿੱਚ ਖਲੋਣਾ ਚਾਹੀਦਾ ਆਲੇ ਦੁਆਲੇ ਦੇ ਪਿੰਡਾਂ ਨੂੰ ਵੀ। ਮਨਦੀਪ ਸਿੰਘ ਮੰਨਾ ਕਿ ਦਿੱਲੀ ਵੱਲ ਨੂੰ ਵੀ ਕੂਚ ਕਰ ਸਕਦੇ ਨੇ ਕਿ ਜ਼ਰੂਰਤ ਪਈ ਤਾਂ? ਦਿੱਲੀ ਕੋਈ ਦੂਰ ਨਹੀਂ ਜੀ। ਵੈਸੇ ਤੇ ਅੱਜ ਕੱਲ੍ਹ ਫੋਨ ਦੇ ਉੱਤੇ ਹੀ ਹੈ ਮਤਲਬ ਸਾਰਾ ਸਿਸਟਮ। ਜਿੰਨੇ ਵੀ ਮੇਰੇ ਨਾਲ ਗੱਲ ਕੀਤੀ ਜਾਂ ਜਿਨ੍ਹਾਂ ਮੈਂ ਕੀਤੀ ਹੈ, ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਇਹੋ ਸ਼ੋਰ ਕੀਤਾ। ਤੇ ਜੇ ਜਾਣਾ ਵੀ ਪਿਆ ਤੇ ਇਹ ਮੇਰਾ ਮਤਲਬ ਆਪਣਾ ਕਸਬਾ ਹੈ, ਇਹਨਾਂ ਲੋਕਾਂ ਦੀ ਮੁਸ਼ਕਲ ਹੈ ਤੇ ਇਹਦੇ ਲਈ ਮੈਨੂੰ 100 ਵਾਰੀ ਵੀ ਦਿੱਲੀ ਜਾਣਾ ਪਿਆ ਤੇ ਮੈਂ ਦਿੱਲੀ ਜਾਊਂਗਾ। ਮਨਦੀਪ ਸਿੰਘ ਮੰਨਾ ਕੋਈ ਵੀ ਇਸ਼ੂ ਚੁੱਕਦੇ ਨੇ, ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਪ੍ਰੇਜ਼ ਕਰਦੇ ਨੇ। ਅੱਜ ਕੱਲ੍ਹ BJP 'ਚ ਨੇ ਕਿ ਉਹਨਾਂ ਨੂੰ ਵੀ ਕਿਹਾ ਜਾ ਸਕਦਾ ਹੈ, ਰਿਕੁਐਸਟ ਕੀਤੀ ਜਾ ਸਕਦੀ ਕਿ ਜੀ ਤੁਸੀਂ ਬਹੁਤ ਮੋਦੀ ਦੇ ਨਜ਼ਦੀਕ ਹੋ, ਕੁਛ ਨਾ ਕੁਛ ਕੀਤਾ ਜਾਵੇ ਹੱਲ ਕੀਤਾ। ਮੈਂ ਵੈਸੇ ਜਿੰਨਾ ਦੁਖੀ ਹਾਂ ਉਸ ਬੰਦੇ ਤੋਂ, ਮੈਂ ਉਹਦਾ ਨਾਮ ਨਹੀਂ ਸੀ ਲੈਣਾ ਚਾਹੁੰਦਾ, ਠੀਕ ਹੈ ਨਾ। ਕਾਰਨ ਕੀ ਹੈ? ਮੈਂ ਤੁਹਾਡੀ ਗੱਲ ਤੇ ਮੈਨੂੰ ਕੋਈ ਸਿਆਸੀ ਮੰਚ ਨਹੀਂ ਸੀ ਬਣਾਉਣਾ ਚਾਹੁੰਦਾ। ਉਹਦਾ ਕਾਰਨ ਕੀ ਹੈ ਕਿ ਜਦੋਂ ਇਲੈਕਸ਼ਨ ਆਉਂਦੀਆਂ ਨੇ, ਕੈਪਟਨ ਅਮਰਿੰਦਰ ਸਿੰਘ ਕੀ ਕਹਿੰਦੇ ਸੀਗੇ, ਮੈਂ ਪੰਜਾਬ ਨੂੰ ਇਸ ਤਰ੍ਹਾਂ ਨਹੀਂ ਛੱਡ ਸਕਦਾ। ਤੇ ਅੱਜ ਪੰਜਾਬ ਰੁਲਦਾ ਫਿਰਦਾ, ਥਾਂ ਦੇ ਉੱਤੇ ਵਾਰਦਾਤਾਂ ਨੇ, ਥਾਂ ਦੇ ਉੱਤੇ ਲੋਕਾਂ ਨੂੰ ਕੁੱਟਿਆ ਜਾ ਰਿਹਾ ਧਰਨਿਆਂ ਦੇ ਵਿੱਚ, ਤੇ ਕੈਪਟਨ ਅਮਰਿੰਦਰ ਸਿੰਘ ਤੇ ਕਿਤੇ ਮਤਲਬ ਰੜਕਦੇ ਵੀ ਨਹੀਂ। ਔਰ ਮੈਂ ਇੱਕ ਗੱਲ BJP ਵਾਲਿਆਂ ਨੂੰ ਦਿੱਲੀ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਤੁਸੀਂ ਮਤ ਸੋਚੋ, ਕੈਪਟਨ ਸਾਹਿਬ ਦੀ ਇੱਕ ਆਦਤ ਤੁਸੀਂ ਦੇਖੀ ਹੈ ਕਿ ਹਰ 15-20 ਦਿਨ, ਮਹੀਨੇ ਪਿੱਛੋਂ ਇੱਕੋ ਬਿਆਨ ਦਿੰਦੇ ਨੇ, ਪਾਕਿਸਤਾਨ ਦੀ ਐਸੀ ਕੀ ਤੈਸੀ।
ਤੂੰ ਮਤਲਬ 80 ਸਾਲ ਦਾ ਹੋ ਕੇ ਪਾਕਿਸਤਾਨ ਨਾਲ ਜੰਗ ਲੜ ਲੇਗਾ ਉੱਥੇ ਜਾ ਕੇ ਯਾਰ, ਕਿਉਂ ਲੋਕਾਂ ਨੂੰ ਤੂੰ ਗੁੰਮਰਾਹ ਕਰਦਾ? ਉਹਦਾ ਕਾਰਨ ਕੀ ਹੈ? ਮੈਂ ਉਹਨਾਂ ਨੂੰ ਵੀ ਸਮਝਾ ਕੇ ਆਇਆ ਦਿੱਲੀ ਵਾਲਿਆਂ ਨੂੰ ਕਿ ਉਹਦਾ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ 5-7 ਘਰ ਨੇ। ਇੱਕ ਦਿੱਲੀ, ਇੱਕ ਪਟਿਆਲੇ, ਇੱਕ ਸਿਸਵਾ, ਇੱਕ ਤੁਹਾਡਾ ਸ਼ਿਮਲੇ, ਇੱਕ ਚਹਿਲ, ਇੱਕ ਚੰਡੀਗੜ੍ਹ, 7-8 ਘਰ ਨੇ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਮੇਰਾ ਖਿਆਲ 1000 ਬੰਦਾ ਸਿਕਿਉਰਿਟੀ ਦਾ ਮਿਲਿਆ। ਪਾਕਿਸਤਾਨ ਨੂੰ 4 ਗਾਲਾਂ ਕੱਢੋ ਜੋ ਰਿਵਾਜ ਚੱਲਦਾ, ਤੇ ਤੁਹਾਡੀ ਸਿਕਿਉਰਿਟੀ ਸਰਕਾਰ ਦੀ ਜ਼ਿੰਮੇਵਾਰੀ, ਜਿਹੜਾ ਕਰੋੜਾਂ ਰੁਪਈਆ ਤੁਹਾਡੇ ਉੱਤੇ, 1000 ਬੰਦੇ ਦੀ ਤਨਖਾਹ। ਸੋਚਦੇ ਹੋ ਜੇ ਤੁਸੀਂ ਉਹਨੂੰ 50,000 ਨਾਲ ਵੀ ਗੁਣਾ ਕਰੋ ਤੇ ਸੋ ਵਧੀਆ ਤਰੀਕੇ ਨੇ ਲੋਕਾਂ ਨੂੰ ਗੁੰਮਰਾਹ ਕਰ ਲਈ ਔਰ ਆਪਣੀ ਦੇਸ਼ ਭਗਤੀ ਵਿਖਾਉਣ ਲਈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਵਾਲ ਹੁਣ ਤੁਹਾਡੇ ਰਾਹੀਂ ਕਰਨਾ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ, ਜਿੰਨਾ ਤੁਸੀਂ ਸੂਬੇ ਨਾਲ ਪਿਆਰ ਦਿਖਾਉਂਦੇ ਸੀਗੇ, ਜਿੰਨਾ ਤੁਸੀਂ ਹੁਣ ਵੀ ਦਿਖਾਉਂਦੇ ਹੋ ਕਿ ਸੂਬੇ ਨੂੰ ਮੈਂ ਲਵਾਰਸ ਨਹੀਂ ਛੱਡ ਸਕਦਾ, ਤੇ ਸੂਬਾ ਤੇ ਲਵਾਰਸ ਹੈ, ਤੁਸੀਂ ਕਿਤੇ ਨਾ ਤੁਸੀਂ ਭਾਲਦੇ ਸੀਗੇ। 8-9 ਮਹੀਨੇ ਚੰਨੀ ਸਾਹਿਬ ਵੀ ਗਾਇਬ ਰਹਿ ਗਏ, ਜਿਹੜੇ ਥਾਂ ਤੇ ਡੀਜੇ ਵਹਿੰਦੇ ਤੇ ਭੰਗੜਾ ਪਾਉਣ ਲੱਗ ਪੈਂਦੇ ਸੀਗੇ। ਕੈਪਟਨ ਅਮਰਿੰਦਰ ਸਿੰਘ ਨੂੰ ਮੈਂ ਪੁੱਛਣਾ ਚਾਹੁੰਦਾ, ਕਿਹੋ ਜੀ ਦੇਸ਼ ਭਗਤੀ ਹੈ ਯਾਰ? ਤੂੰ ਉਹ ਬੰਦਾ ਜਿੱਥੋਂ ਮੇਰਾ ਸਭ ਤੋਂ ਵੱਧ ਮਨ ਖੱਟਾ ਹੋਇਆ ਉਸ ਬੰਦੇ ਤੋਂ, ਮੇਰਾ ਨੇੜ ਵੀ ਬਹੁਤ ਰਿਹਾ ਉਹਦੇ ਨਾਲ, ਪਰ ਮੈਂ ਹਰ ਬੰਦੇ ਨਾਲ ਨੇੜ ਉਹਦੇ ਕੰਮਾਂ ਕਰਕੇ ਰੱਖਦਾ, ਆਪਣੇ ਨਿੱਜੀ ਲਾਲਚ ਨੂੰ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਤੇ 1.5 ਸਾਲ ਪਹਿਲਾਂ ਮੈਨੂੰ ਸੱਦ ਕੇ ਕਿਹਾ ਸੀ ਤੈਨੂੰ ਕੈਬਨਿਟ ਦਾ ਰੈਂਕ ਵੀ ਦਿੰਨਾ ਤੇ ਪਨਗਰੇਨ ਦਾ ਚੇਅਰਮੈਨ ਲਾਉਣਾ, ਤੇ ਮੈਂ ਠੁੱਡ ਮਾਰ ਕੇ ਆਇਆ ਸੀ ਕਿ ਮੈਂ ਨਹੀਂ ਹੱਲਣੀ ਜੀ, ਮੇਰੀ ਇਹ ਫਿਤਰਤ ਨਹੀਂ ਹੈਗੀ। ਮੈਨੂੰ ਇੱਕ ਗਿਲਾ ਹੈ ਉਸ ਬੰਦੇ ਦੇ ਉੱਤੇ। ਤੁਸੀਂ ਸਾਰਿਆਂ ਨੇ ਮਾਈਕ ਦੇ ਉੱਤੇ, ਤੁਹਾਡੇ ਸਾਰਿਆਂ ਦੇ ਮਾਈਕ ਤੇ ਕੈਪਟਨ ਅਮਰਿੰਦਰ ਸਿੰਘ ਬੋਲਿਆ ਸੀਗਾ ਕਿ ਮੇਰੇ ਕੋਲ ਕੱਲੇ ਮੰਤਰੀ ਦੀਆਂ ਫਾਈਲਾਂ ਨੇ ਜਿਹੜੇ ਇਹਨਾਂ ਦੇ ਕਾਲੇ ਕਾਰਨਾਮੇ ਨੇ, ਤੇ ਤੂੰ ਮੁੱਖ ਮੰਤਰੀ ਟੱਟੂ ਦਾ ਸੀਗਾ ਯਾਰ ਜੇ ਤੂੰ ਉਹਨਾਂ ਦੇ ਉੱਤੇ ਅੱਖਾਂ ਬੰਦ ਕਰ ਛੱਡੀਆਂ ਆਪਣੇ ਸੂਬੇ ਦੇ ਪ੍ਰਤੀ ਔਰ ਕਾਰਵਾਈ ਨਹੀਂ ਕੀਤੀ। ਸੋ ਇਹੋ ਜਿਹੇ ਲੋਕ ਜਿਹੜੇ ਉਹ ਕਹਿੰਦੇ ਨਾ ਹਾਥੀ ਦੇ ਦੰਦ ਖਾਨੇ ਕੌਰ ਦਿਖਾਨੇ ਕੌਰ ਨੇ, ਇਹਨਾਂ ਲੋਕਾਂ ਦੇ ਉੱਤੇ ਮੈਂ ਬਹੁਤਾ ਭਰੋਸਾ ਨਹੀਂ ਕਰਦਾ। ਮੈਂ ਬੀਜੇਪੀ ਨੂੰ ਤੁਹਾਡੇ ਮੰਚ ਦੇ ਰਾਹੀਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਧਾਰਮਿਕ ਇਸ਼ੂ ਬਹੁਤ ਨੇ, ਲੋਕ ਧਾਰਮਿਕ ਭਾਵਨਾਵਾਂ ਨਾਲ ਬਹੁਤ ਤੁਹਾਡੇ ਨਾਲ ਜੁੜਦੇ ਨੇ, ਚਾਹੇ ਉਹ ਰਾਮ ਮੰਦਿਰ ਦਾ ਮਸਲਾ ਹੋਵੇ, ਚਾਹੇ ਉਹ ਸਾਹਿਬਜ਼ਾਦਿਆਂ ਦੇ ਬਲੀਦਾਨ ਦੀ ਛੁੱਟੀ ਹੋਵੇ, ਇਹਨਾਂ ਹਾਂਜੀ ਕਰਤਾਰਪੁਰ ਸਾਹਿਬ ਦਾ ਹੋਵੇ, ਪਰ ਇਹਦੇ ਨਾਲ ਲੋਕਾਂ ਨੂੰ ਸਾਨੂੰ ਸਿਰਫ ਧਰਮ ਦੇ ਵਿੱਚ ਨਾਲ ਜਾਓ। ਜੇ ਤੁਸੀਂ ਪੰਜਾਬ 'ਚ ਵਾਕਿਆ ਹੀ ਸਰਵਾਈਵ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਪੰਜਾਬ ਦੇ ਰੁਜ਼ਗਾਰ ਦਾ ਵੀ ਖਿਆਲ ਰੱਖਣਾ ਪਊਗਾ, ਤੁਹਾਨੂੰ ਪੰਜਾਬ ਦੇ ਕਾਰੋਬਾਰ ਦਾ, ਤੁਹਾਨੂੰ ਪੰਜਾਬ ਦੀ ਸੁਰੱਖਿਆ ਦਾ ਵੀ ਜਿਹੜਾ ਉਹ ਖਿਆਲ ਰੱਖਣਾ ਪਊਗਾ। ਉਹਦੇ ਲਈ ਆਪਣੀਆਂ ਟੀਮਾਂ ਨੂੰ ਖੜਾ ਕਰੋ। ਉਹਦੇ ਨਾਲ ਸ਼ਾਇਦ ਲੋਕ, ਜੇ ਇਹਨਾਂ ਨੂੰ ਅਸੀਂ ਮੌਕਾ ਦੇ ਸਕਦੇ ਹਾਂ ਜਿਨ੍ਹਾਂ ਦਾ ਕੋਈ ਨਾਂ ਪਤਾ ਹੀ ਨਹੀਂ ਸੀਗਾ ਕਿ ਕੌਣ ਐਮਐਲਏ ਬਣ ਗਿਆ ਤੇ ਕੌਣ ਮੰਤਰੀ ਬਣ ਗਿਆ, ਫਿਰ ਤੁਹਾਡੀ ਤੇ ਨੈਸ਼ਨਲ ਲੈਵਲ ਦੀ ਪਾਰਟੀ ਹੈ, ਫਿਰ ਤੁਹਾਡੇ ਤੇ ਵੀ ਵਿਚਾਰ ਕੀਤਾ ਜਾ ਸਕਦਾ, ਪਰ ਇਕੱਲਾ ਧਰਮ 'ਚ ਉਲਝਾ ਕੇ ਨਹੀਂ। ਲੋਕਾਂ ਨੂੰ ਕੰਮ ਕਰ ਦਿਓ, ਲੋਕਾਂ ਨੂੰ ਜਿੱਥੇ ਕਿਤੇ ਮੁਸ਼ਕਲਾਤ ਨੇ ਇੱਥੇ ਆਪਣੇ ਬੰਦੇ ਭੇਜੋ। ਵੈਸੇ ਤੇ ਹੁੰਦਾ ਕਿ ਹੁਣ ਇਲੈਕਸ਼ਨ ਹੈ, ਸਰਪੰਚੀ ਹੈ, ਕਾਉਂਸਲਰ ਹੈ, ਕਿ ਥਾਂ ਦੇ ਉੱਤੇ ਤੁਸੀਂ ਇੰਚਾਰਜ ਲਾ ਰਹੇ ਹੋ। ਜਿੱਦਾਂ ਮੈਂ ਬਿਕਰਮ ਚੀਮਾ ਹੋਣਾ ਨੂੰ ਵੀ ਫੋਨ ਕੀਤਾ, ਜਿਹੜੇ ਮਤਲਬ ਇੰਚਾਰਜ ਬਣਾਏ ਨੇ, ਇਹ ਲੋਕਾਂ ਦੇ ਮਸਲਿਆਂ ਦੇ ਵਿੱਚ ਵੀ ਆ ਕੇ ਦਖਲ ਦਿਓ, ਤਾਂ ਹੀ ਤੁਹਾਡੀ ਜਿਹੜੀ ਪਾਰਟੀ ਤਗੜੀ ਹੋਊਗੀ, ਤੇ ਤਾਂ ਹੀ ਜਿਹੜਾ ਤੁਹਾਡੇ ਕੋਲ ਸੁਪਨੇ ਲਈ ਫਿਰਦੇ ਹੋ ਪੰਜਾਬ ਦੇ ਵਿੱਚ ਰਾਜ ਕਰਨ ਦੇ, ਉਹ ਤਾਂ ਸੱਚ ਹੋ ਸਕਦੇ ਨੇ। ਉਹਦੇ ਤੋਂ ਬਿਨਾਂ ਜੇ ਤੁਸੀਂ ਇਕੱਲਾ ਧਰਮ 'ਚ ਉਲਝਾਓਗੇ ਤਾਂ ਸ਼ਾਇਦ ਤੁਹਾਡਾ ਸੁਪਨਾ ਪੂਰਾ ਹੋ ਜਾਏ, ਪਰ ਸਾਡੇ ਸੂਬੇ ਦਾ ਬਹੁਤ ਵੱਡਾ ਉਹਦੇ ਵਿੱਚ ਨੁਕਸਾਨ ਹੈ। ਮੰਨਾ ਜੀ 38 ਦਿਨ ਹੋ ਗਏ ਇੱਥੇ ਪ੍ਰਦਰਸ਼ਨ ਚੱਲਦਾ ਹੈ, ਕੀ ਲੱਗਦਾ ਹੈ ਕਿ ਇਹ ਪ੍ਰਦਰਸ਼ਨ ਲੰਬਾ ਚੱਲੂਗਾ ਜਾਂ ਜਿਸ ਤਰੀਕੇ ਤੁਹਾਡੀ ਭਾਜਪਾ ਦੇ ਆਗੂਆਂ ਨਾਲ ਗੱਲਬਾਤ ਹੋਈ ਹੈ ਮਸਲਾ ਹੱਲ ਹੋ ਸਕਦਾ ਜਲਦੀ? ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਅਸ਼ੋਰ ਕੀਤਾ ਗਿਆ, ਔਰ ਮੈਂ ਕੋ ਗਡਕਰੀ ਜਿਹੜੇ ਮੰਤਰੀ ਨੇ ਨਿਤਨ ਗਡਕਰੀ, ਮੈਂ ਉਹਨਾਂ ਨੂੰ ਇੰਨਾ ਕੋ ਮਾੜਾ ਨਹੀਂ ਕਹਿੰਦਾ, ਮੈਂ ਉਹ ਬੰਦੇ ਨੂੰ ਮਤਲਬ ਕਰਪਟ ਨਹੀਂ ਗਿਣਦਾ। ਜਿਸ ਤਰੀਕੇ ਸੜਕਾਂ ਦੇ ਜਾਲ ਵਿਛਾਏ ਜਾ ਰਹੇ ਨੇ, ਜੋ ਮੇਰੇ ਧਿਆਨ 'ਚ ਹੈ ਕਿ 40 ਕਿਲੋਮੀਟਰ ਦੇ ਕਰੀਬ ਜਿਹੜੀ ਭਾਰਤ ਦੇ ਵਿੱਚ ਸੜਕ ਡੇਲੀ ਬਣ ਰਹੀ ਹੈ, ਮੈਂ ਜੇ ਉਹਨਾਂ ਦੇ ਧਿਆਨ 'ਚ ਬੀਜੇਪੀ ਵਾਲੇ ਚੰਗੀ ਤਰ੍ਹਾਂ ਇਹ ਮਸਲਾ ਉਠਾ ਦੇਣਗੇ, ਔਰ ਮੇਰਾ ਖਿਆਲ ਹੈ ਕਿ ਇਹ ਲੋਕਾਂ ਨਾਲ ਜੁੜਿਆ ਮਸਲਾ, ਇਹਨੂੰ ਹੱਲ ਕਰਨ ਦੇ ਵਿੱਚ ਕੋਈ ਬਹੁਤਾ ਸਮਾਂ ਲੱਗਣਾ ਨਹੀਂ ਚਾਹੀਦਾ। ਲੇਕਿਨ ਮਨਦੀਪ ਜੀ, ਜੇਕਰ ਆਮ ਆਦਮੀ ਦੀ ਗੱਲ ਕੀਤੀ ਜਾਵੇ, ਸੂਬੇ ਦੀ ਗੱਲ ਕੀਤੀ ਜਾਵੇ, ਸੂਬੇ ਦਾ ਤਾਂ ਕੋਈ ਵੀ ਵਜ਼ੀਰ ਨਹੀਂ ਇੱਥੇ ਪਹੁੰਚ ਪਾ ਰਿਹਾ। ਲੱਗਦਾ ਹੈ ਕਿ ਸਿਰਫ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਏਡਾ ਵੱਡਾ ਮੁੱਦਾ ਹੈ, ਉਹ ਵੀ ਹੱਲ ਨਹੀਂ ਕਰ ਪਾ ਰਹੇ। ਕਿਹੜੀ ਆਮ ਆਦਮੀ ਦੀ ਤੁਸੀਂ ਗੱਲ ਕਰਦੇ ਹੋ? ਤਾਂ ਗੁਰਪ੍ਰੀਤ, ਤੈਨੂੰ ਵੀ ਪਤਾ, ਤੁਹਾਨੂੰ ਸਾਰਿਆਂ ਨੂੰ, ਕਿ ਕਿਸ ਤਰੀਕੇ ਮੈਨੂੰ ਵੀ ਲਾਲਚ ਦਿੱਤੇ ਗਏ ਇਲੈਕਸ਼ਨ ਲੜਨ ਦੇ, ਔਰ ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਚੋਣ ਮੈਨੀਫੈਸਟੋ ਦਾ ਸੋਰਸ ਦੱਸੋ, ਮੈਂ ਤੁਹਾਡੇ ਨਾਲ ਆ ਜਾਊਂਗਾ। ਤੁਸੀਂ ਕਿੰਨਾਂ ਨੂੰ ਆਮ ਆਦਮੀ, ਇੱਥੇ ਹੁੰਦਾ ਇਹ ਹੈ ਕਿ ਜਦੋਂ ਤੱਕ ਕੋਈ ਬਣਦਾ ਨਹੀਂ ਸਮੇਤ ਮੇਰੇ, ਉਦੋਂ ਤੱਕ ਤੇ ਬੜੀਆਂ ਡੀਂਗਾਂ ਮਾਰੀਆਂ ਜਾਂਦੀਆਂ ਕਿ ਮੈਂ ਬੜਾ ਇਮਾਨਦਾਰ, ਤੇ ਜਦੋਂ ਕਿਸੇ ਨੂੰ ਰਾਜ ਭਾਗ ਮਿਲਦਾ ਨਾ, ਫਿਰ ਉਹਦੀ ਬੁੱਧੀ ਭ੍ਰਿਸ਼ਟ ਹੋਣ ਲੱਗਿਆ। ਇਹ ਕੁਦਰਤ ਤੇ ਪਰਮਾਤਮਾ ਹੀ ਉਹਨੂੰ ਸਮੱਤ ਬਖਸ਼ੇ ਤੇ ਠੀਕ ਰਹਿੰਦਾ, ਨਹੀਂ ਤੇ ਬੁੱਧੀ ਭ੍ਰਿਸ਼ਟ ਹੋਣ ਲੱਗਿਆ ਪਤਾ ਨਹੀਂ ਲੱਗਦਾ। ਇਹੋ ਭਗਵੰਤ ਮਾਨ ਜਿਹੜੇ ਡਿੱਗੀ ਦੀ ਗੱਡੀ 'ਚ ਵੀ ਵੜ ਜਾਂਦੇ ਸੀ, ਕਾਰ ਦੀ ਡਿੱਗੀ ਦੇ ਵਿੱਚ, ਉਹ ਭਗਵੰਤ ਮਾਨ ਦੇ ਉਦੋਂ 3 ਲੱਖ ਰੁਪਏ ਦੇ ਬੂਟ ਪਾਏ ਸੀ ਉਹਨੇ ਆਪਣੇ ਪੈਰਾਂ ਦੇ ਵਿੱਚ, ਔਰ ਉਹ ਕਹਿ ਰਿਹਾ ਸੀਗਾ ਕਿ ਮੇਰੇ ਬੂਟਾਂ ਵੱਲ ਧਿਆਨ ਨਾ ਦਿਓ। ਮਤਲਬ ਕਿਉਂ ਯਾਰ? ਮੋਦੀ ਨੇ ਸੂਟ ਪਾਇਆ 10 ਲੱਖ ਦਾ ਤੇ ਸਾਰੇ ਦੇਸ਼ ਨੇ ਜਲੂਸ ਕੱਢ ਦਿੱਤਾ ਸੀਗਾ। ਦੁੱਖ ਇਸ ਗੱਲ ਦਾ ਕਿ ਆਪੋਜੀਸ਼ਨ ਨਹੀਂ ਹੈਗੀ ਪੰਜਾਬ ਦੇ ਵਿੱਚ, ਇਹਨਾਂ ਦੇ ਪਾਪ ਡਰਾਉਂਦੇ ਨੇ, ਉਹਦੇ ਅੱਗੇ ਬੋਲਦੇ ਨਹੀਂ, ਔਰ ਇਹ ਆਮ ਆਦਮੀ ਰਹਿ ਗਏ। ਇੱਕ ਮੰਤਰੀ ਇਹਨਾਂ ਦਾ 1.5 ਲੱਖ ਰੁਪਏ ਦੀ ਜੈਕਟ ਪਾਉਂਦਾ, ਜਿਹੜੇ ਉਸ ਤੋਂ ਪਹਿਲਾਂ ਕੁੜਤੇ ਪਜਾਮੇ 'ਚ, ਮੈਂ ਉਹਨਾਂ ਨੂੰ ਇਹ ਦੱਸ ਦਿੰਦਾ ਵੀ ਕੁੜਤਾ ਹੋਰ ਰੰਗ ਦਾ ਹੁੰਦਾ ਸੀ ਤੇ ਪਜਾਮਾ ਹੋਰ ਹੁੰਦਾ ਸੀਗਾ। ਐਡੇ ਮੰਤਰੀ ਬਣਨ ਤੋਂ ਬਾਅਦ ਕਿਹੜਾ ਤੁਹਾਡੇ ਹੱਥ ਯਾਰ ਖਜ਼ਾਨਾ ਆ ਗਿਆ? ਮੈਂ ਤਾਂ ਉਦੋਂ ਇੱਕ ਦਿਨ ਇਹਨਾਂ ਨੂੰ ਇੱਕ ਟੌਂਟ ਮਾਰੀ ਸੀਗੀ ਕਿ ਮੈਂ ਤੁਹਾਡੇ ਸਾਰਿਆਂ ਬਾਰੇ ਇਹ ਗੱਲ ਕਹਿਣੀ ਚਾਹੁੰਦਾ ਜਿਨ੍ਹਾਂ ਨੇ ਇੱਕਦਮ ਆਪਣੇ ਵਿੱਚ ਬਦਲਾਵ ਲਿਆਂਦਾ। ਪੰਜਾਬ 'ਚ ਬਦਲਾਵ ਨਹੀਂ ਆਇਆ ਕਿ ਅਮੀਰੇ ਸ਼ਹਿਰ को मैं तब से जानता हूँ ज़मीन कि कपड़े धोने के साबुन से जब वो नहाया करता था। कपड़े धोने वाले साबुन ਨਾਲ ਨਹਾਉਣ ਵਾਲੇ ਅੱਜ ਤੁਸੀਂ 1.5 ਲੱਖ ਦੀਆਂ ਜੈਕਟਾਂ ਪਾਉਂਦੇ ਔਰ 3-3 ਲੱਖ ਦੇ ਬੂਟ ਪਾਉਂਦੇ ਔਰ ਲੋਕਾਂ ਨੂੰ ਕਹਿੰਦੇ ਸਾਡੇ ਵੱਲ ਧਿਆਨ ਨਾ ਦਿਓ। ਲੱਖ ਲਾਹਣਤ ਹੈ ਯਾਰ।
ਇਹ 38 ਦਿਨ ਤੋਂ ਧਰਨਾ ਚੱਲ ਰਿਹਾ। ਇੱਕ ਮੰਤਰੀ ਤੇ ਨਾ ਰੱਖਿਆ ਹੀ, ਮੈਂ ਤਾਂ ਉਹਦਾ ਨਾਂ ਹੀ ਜੂਸ ਬਾਰ ਪਾਇਆ, ਜਿਹੜਾ ਢਾਲੀਵਾਲ ਹੈ, ਵੀ ਜਿੱਥੇ ਕਿਤੇ ਧਰਨਾ ਲੱਗਦਾ ਉੱਥੇ ਜੂਸ ਪਿਉਣ ਚੱਲ ਜਾਂਦਾ। ਤੇ ਕੀ ਗੱਲ ਹੈ, ਰੋਡ ਦੇ ਉੱਤੇ ਧਰਨਾ ਹੈ, ਇੱਥੋਂ ਚੰਡੀਗੜ੍ਹ ਨੂੰ ਤੁਸੀਂ ਰੋਜ਼ ਲੰਘਦੇ ਹੋ, ਇੱਥੇ ਵੀ ਜੂਸ ਦਾ ਹੋ ਰਿਹਾ ਬਰਜਾ ਭਰ ਕੇ ਲੈ, ਇੰਨੇ ਲੋਕ ਬੈਠੇ ਨੇ, ਇਹਨਾਂ ਨੂੰ ਦੇ ਹੌਸਲਾ ਵੀ ਤੁਹਾਡੇ ਨਾਲ ਖਲੋਤੇ ਆ ਯਾਰ। ਜੇ ਸਰਕਾਰ ਨਹੀਂ ਕਰੂਗੀ, ਕੇਂਦਰ ਸਰਕਾਰ, ਤੇ ਤੁਹਾਡੇ ਪੁਲ ਦਾ ਅਸੀਂ ਖਰਚਾ ਕਰਾਂਗੇ। ਸਿਰਫ ਇੰਜੋਏ ਕੀਤਾ ਜਾ ਰਿਹਾ ਸਰਕਾਰ ਨੂੰ। ਜਿਹੜੇ ਇਹਨਾਂ ਦੇ ਮੰਤਰੀ ਨੇ, ਤੁਸੀਂ ਉਹਨਾਂ ਨੂੰ ਦੇਖਦੇ ਹੋ, NRI ਸੰਮੇਲਨ ਚੱਲਦਾ, ਉਹ ਫੋਨ ਕਰਦੇ ਨੇ DC ਨੂੰ, DC ਸਾਹਿਬ ਆਹ ਕੰਮ ਕਰ ਦਿਓ। ਯਾਰ ਕਾਹਦਾ ਮੰਤਰੀ ਆ ਤੂੰ DC ਨੂੰ ਕਹਿ ਇਹਨੂੰ ਵੈਰੀਫਾਈ ਕਰ ਕਿ ਯਾਰ ਇਹ ਹੋ ਸਕਦਾ ਤੇਰੇ ਕੋਲ ਕੰਪਲੇਂਟ ਕਰਨ ਵਾਲਾ ਜਿਹੜਾ ਝੂਠਾ ਹੋਵੇ। ਤੁਸੀਂ ਸਿਰਫ ਮੌਕੇ ਦੇ ਉੱਤੇ ਗੱਲ ਬਣਾਉਣ ਲਈ, ਆਪਣੇ ਸੋਸ਼ਲ ਮੀਡੀਆ ਦੇ ਉੱਤੇ ਛਾਉਣ ਲਈ ਇਸ ਤਰੀਕੇ ਤੁਸੀਂ ਤੰਤਰ ਨਾਲ ਖਿਲਵਾੜ ਕਰ ਰਹੇ ਹੋ। DC SSP ਦੇ ਉੱਤੇ ਮਤਲਬ ਪ੍ਰੈਸ਼ਰ ਪਾਉਂਦੇ ਹੋ। ਮੰਤਰੀ ਹੈ, ਤੇਰਾ ਰੁਤਬਾ, ਜੇ ਤੇਰੇ ਕੋਲ ਮੈਂ ਕੰਪਲੇਂਟ ਲੈ ਕੇ ਗਿਆ, ਹੋ ਸਕਦਾ ਮੈਂ ਝੂਠਾ ਵਾਂ, ਤੂੰ ਉਹਨੂੰ ਕਹਿ ਕੇ ਹਾਂ DC ਸਾਹਿਬ ਇਹਨੂੰ ਵੈਰੀਫਾਈ ਕਰੋ, ਜੇ ਬੰਦਾ ਸੱਚਾ ਤੇ ਇਹਦਾ ਮਤਲਬ ਹੱਕ ਦਵਾਓ। ਸਿਰਫ ਸੋਸ਼ਲ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ, ਬੋਰਡਾਂ ਦੇ ਉੱਤੇ ਖਰਚਾ ਕੀਤਾ ਜਾ ਰਿਹਾ, ਜ਼ਮੀਨੀ ਹਕੀਕਤ ਤੇ ਕੁਝ ਵੀ ਨਹੀਂ ਹੈਗੀ, ਮਤਲਬ ਕੋਈ ਚੱਲ ਹੀ ਨਹੀਂ ਰਿਹਾ। ਔਰ ਦੂਜੀ ਚੀਜ਼, ਸਾਡੇ ਲੋਕਾਂ ਕੋਲ ਆਪਸ਼ਨ ਵੀ ਕੋਈ ਨਹੀਂ ਹੈਗੀ। ਮੈਂ ਤੇ ਫਿਰ ਕਹਿਣਾ ਕਿ ਅੱਜ ਤੁਸੀਂ ਦੁਬਾਰਾ ਚੋਣਾਂ ਕਰਾ ਲਓ, ਇਹ ਦੁਬਾਰਾ ਮੁੱਖ ਮੰਤਰੀ ਬਣ ਜਾਣਗੇ, ਇਹਨਾਂ ਦੀ ਦੁਬਾਰਾ ਸਰਕਾਰ ਬਣ ਜੂਗੀ। ਮੇਰੀ ਗੱਲ ਲਿਖ ਲਓ, ਕਿਉਂਕਿ ਨਾ ਤੇ ਅਕਾਲੀ ਦਲ ਉਸ ਕਪੈਸਿਟੀ 'ਚ ਆ ਰਿਹਾ ਤੇ ਨਾ ਕਾਂਗਰਸ ਉਸ ਕਪੈਸਿਟੀ 'ਚ ਆ ਰਹੀ ਹੈ ਕਿ ਲੋਕਾਂ ਦੀ ਬਾਂਹ ਫੜਨ, ਲੋਕਾਂ ਦੇ ਨਾਲ ਖਲੋਣ। ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਉਹ ਤੇ ਮੇਰਾ ਖਿਆਲ ਸਰਕਾਰ ਦੇ ਉੱਤੇ ਪਰਦੇ ਪਾਉਣ ਤੇ ਲੱਗਾ। ਜੇ ਕਿਤੇ ਧਰਨਾ ਲੱਗਦਾ ਤੇ ਉਹ ਚੁਕਾਉਣ ਵਾਲਿਆਂ ਦੇ ਵਿੱਚ ਹੁੰਦਾ, ਚਾਹੇ ਉਹ ਸਿੱਧੂ ਮੂਸੇ ਵਾਲਾ ਹੋਵੇ, ਚਾਹੇ ਉਹ ਆਸ਼ੂ ਵਾਲਾ ਧਰਨਾ ਹੋਵੇ। ਸੋ ਆਪੋਜੀਸ਼ਨ ਬੜੀ ਜ਼ਿਆਦਾ ਜ਼ਰੂਰੀ ਹੈ, ਔਰ ਆਪੋਜੀਸ਼ਨ ਲੋਕਾਂ ਨੂੰ ਖੁਦ ਬਣਨਾ ਪਊਗਾ। ਆਪਣੇ ਹੱਕ ਲਈ ਇਹੋ ਹੀ ਖਲੋਤੇ ਨੇ ਨਾ। ਇੱਥੇ ਕੀ ਗੱਲ, ਇਲਾਕੇ ਦੇ MLA ਦਾ, ਇਲਾਕੇ ਦੇ MP ਦਾ, ਮੈਂ ਨਾ MLA ਮੌਜੂਦਾ ਸਰਕਾਰ ਦਾ ਹੋਵੇ, ਨਾ ਬਵੇ ਧਰਨੇ ਦੇ ਵਿੱਚ। ਇੱਥੇ ਜਿਹੜੇ ਸਾਬਕਾ ਹਾਰੇ ਨੇ, ਉਹਨਾਂ ਦਾ ਫਰਜ਼ ਨਹੀਂ ਬਣਦਾ ਯਾਰ ਇੱਕ ਦਿਨ ਇੱਥੇ ਆ ਕੇ ਬਹਿਣ, ਇਹਨਾਂ ਲੋਕਾਂ ਦੀ ਬਾਂਹ ਫੜਨ। ਕਿੰਨਾ ਕੁ ਟਾਈਮ ਮੰਗਦੇ ਨੇ, 12 ਤੋਂ 2 ਬਹਿ ਜਾਓ। ਮੇਰਾ ਕਿੰਨਾ ਕੁ ਟਾਈਮ ਜਾਇਆ ਹੋਇਆ ਯਾਰ, ਮੈਂ ਪੱਟੀ ਜਾਣਾ ਹੁਣ। ਤੇ ਮਤਲਬ ਕਿੰਨੀ ਕੁ ਤੁਸੀਂ ਇੱਕ ਘੰਟੇ ਨਾਲ ਇਹਨਾਂ ਲੋਕਾਂ ਦੀ ਆਵਾਜ਼ ਵੀ ਬੁਲੰਦ ਹੋ ਸਕਦੀ ਹੈ, ਇਹਨਾਂ ਦਾ ਹੌਸਲਾ ਵੀ ਜਿਹੜਾ ਉਹ ਬੁਲੰਦ ਹੋ ਸਕਦਾ। ਪਰ ਇੱਥੇ ਵੋਟਾਂ ਵੇਲੇ ਕੁਛ ਹੈ, ਮਤਲਬ ਅੱਜ ਵੋਟਾਂ ਆ ਜਾਣ ਤੇ ਮੇਰਾ ਖਿਆਲ ਹੈ ਵੀ ਇਹਨਾਂ ਦੇ ਲੀੜਿਆਂ ਦੇ ਬੱਚਿਆਂ ਦੇ ਡਾਇਪਰ ਪਾਉਣ ਤੱਕ ਵੀ ਜਾਣਗੇ, ਵੀ ਲਿਆਓ ਤੁਹਾਡੇ ਨਿਆਣੇ ਨੂੰ ਨਵਾ ਵੀ ਦਿੰਨੇ ਆ। ਤੇ ਅੱਜ ਤੁਸੀਂ ਵੇਖੋ ਵੀ ਆਹ ਮਸਲਾ ਦੇਖੋ, ਇਹ ਲੋਕ ਸੜਕਾਂ ਦੇ ਉੱਤੇ ਬੈਠੇ ਨੇ ਔਰ ਇਹਨਾਂ ਦੀ ਸਾਰ ਨਹੀਂ ਲਈ ਜਾ ਰਹੀ। ਜਿੰਨੇ ਵੀ ਸਾਬਕਾ, ਜਿੰਨੇ ਵੀ ਇੱਥੋਂ ਜਿੱਤ ਕੇ ਹਾਰ ਚੁੱਕੇ ਜਾਂ ਜਿਹੜੇ ਜਿੱਤ ਚੁੱਕੇ ਆ, ਜਾਂ ਜਿਹੜੇ ਵੀ ਨੁਮਾਇੰਦੇ ਆ, ਮੇਰੀ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਇੱਕ ਦਿਨ 2-2 ਘੰਟੇ, ਚਾਹੇ ਇੱਕ ਦਿਨ 'ਚ 1 ਘੰਟਾ ਹੀ ਇਹਨਾਂ ਦਾ ਸਾਥ ਦਿਓ। ਤੁਹਾਡੇ ਆਉਣ ਨਾਲ ਇਹਨਾਂ ਦੀ ਖਬਰ ਵੀ ਬਣ ਜਾਣੀ ਹੈ, ਤੁਹਾਡੇ ਆਉਣ ਨਾਲ ਇਹਨਾਂ ਦਾ ਮਸਲਾ ਵੀ ਹੋਰ ਜ਼ਿਆਦਾ ਵੱਡੇ ਪੱਧਰ ਤੇ ਚੁੱਕਿਆ ਜਾਣਾ। ਸੋ ਆਪਣੀ ਡਿਊਟੀ ਕੇਵਲ ਵੋਟਾਂ ਵੇਲੇ ਨਾ ਸਮਝਿਆ ਕਰੋ, ਹੁਣ ਵੀ ਇੱਥੇ ਆਓ।